ਸਤਿ ਸਟੂਡੈਂਟ ਸਟੂਡੈਂਟ ਅੱਗਾ ਆਪਾਂ ਕੋਸਟ ਅਕਾਊਂਟਿੰਗ ਦੇ ਵਿੱਚ ਸਾਡਾ ਇੱਕ ਚੈਪਟਰ ਰਹਿੰਦਾ ਸੀਗਾ ਰੈਮੂਨਰੇਸ਼ਨ ਐਂਡ ਇਨਸੈਂਟਿਵਸ। ਠੀਕ ਨਾ। ਰੈਮੂਨਰੇਸ਼ਨ ਦੇ ਮਤਲਬ ਇਨਸੈਂਟਿਵ ਦੇ ਵਿੱਚ ਹੈਗਾ ਆ ਕਿ ਜਿਹੜੇ ਸਾਡੇ ਕੋਲ ਵਰਕਰ ਕੰਮ ਕਰਦੇ ਹੁੰਦੇ ਆ ਨਾ, ਕਿਉਂਕਿ ਬੇਟਾ ਕੋਈ ਵੀ ਬਿਜ਼ਨਸ ਆ, ਕੋਈ ਵੀ ਫੈਕਟਰੀ ਆ, ਠੀਕ ਨਾ, ਜਿਹਦੇ ਵਿੱਚ ਪ੍ਰੋਡਕਸ਼ਨ ਦਾ ਮੇਨ ਕੰਮ ਕਿਹਦੇ ਉੱਤੇ ਹੁੰਦਾ ਹੈ ਜੀ? ਵਰਕਰ ਤੇ ਹੁੰਦਾ ਹੈ। ਠੀਕ ਨਾ, ਕਿ ਜਿਹਨੀ ਮਤਲਬ ਕਿਆ ਕਰਨੀ ਹੈ ਜੀ? ਪ੍ਰੋਡਕਸ਼ਨ ਕਰਨੀ ਆ, ਠੀਕ ਨਾ, ਚੀਜ਼ਾਂ ਦੀ ਮੇਨ ਕੰਮ ਕਿਹਨਾਂ ਤੇ ਹੁੰਦਾ? ਵਰਕਰ। ਔਰ ਵਰਕਰ ਦੀਆਂ ਮਤਲਬ ਕਿਆ ਜੀ, ਅਸੀਂ ਕੀ ਕਰਦੇ ਹਾਂ? ਜਿਹੜੀਆਂ ਵੀ ਉਹਨਾਂ ਦੀਆਂ ਸੇਵਾਵਾਂ ਦੇਣੀਆਂ, ਜਿਹੜੀ ਵੀ ਨਹੀਂ ਪ੍ਰੋਡਕਸ਼ਨ ਕਰਨੀ ਆ, ਠੀਕ ਹੈ ਨਾ, ਜਿਹੜੀ ਵੀ ਨਹੀਂ ਕੀ ਕਰਨੀ ਹੈਗੀ ਹੈ ਜੀ? ਪ੍ਰੋਡਕਸ਼ਨ ਕਰਨੀ ਹੈਗੀ ਆ, ਅਸੀਂ ਉਹਦੇ ਬੇਸ ਤੇ ਅਸੀਂ ਉਹਨਾਂ ਨੂੰ ਕੀ ਦਿੰਦੇ ਹੈਗੇ ਆ ਜੀ? ਵੇਜਿਸ ਦਿੰਦੇ ਹਾਂ। ਕੀ ਦਿੰਦੇ ਹਾਂ ਵਰਕਰ ਨੂੰ? ਅਸੀਂ ਕੀ ਦਿੰਦੇ ਹਾਂ ਜੀ? ਵੇਜਿਸ ਦਿੰਦੇ ਹਾਂ। ਠੀਕ ਨਾ। ਕਿੰਨੀ ਅਸੀਂ ਉਹਨਾਂ ਨੂੰ ਵੇਜਿਸ ਪੇਡ ਕਰਨੀ ਆ, ਕਿੰਨੀ ਅਸੀਂ ਉਹਨਾਂ ਨੂੰ ਵੇਜਿਸ ਪੇਡ ਕਰਨੀ ਆ, ਇਹੀ ਚੀਜ਼ ਆਪਾਂ ਇਹਦੇ ਵਿੱਚ ਕਿਹਾ ਜੀ ਦੇਖਣੀ ਹੈਗੀ ਆ ਰੈਮੂਨੇਸ਼ਨ ਐਂਡ ਇਨਸੈਂਟਿਵ ਦੇ ਵਿੱਚ। ਠੀਕ ਨਾ। ਹੁਣ ਬੇਟਾ ਸਾਡੇ ਕੋਲ ਹੈ ਨਾ ਅਲੱਗ-ਅਲੱਗ ਤਰ੍ਹਾਂ ਦੇ ਕਿਆ ਹੈ ਜੀ? ਵੀ ਜਿਹੜੇ ਮਤਲਬ ਕਿਆ ਜੀ ਵੇਜ ਸਿਸਟਮ ਆਉਂਦੇ, ਮਤਲਬ ਵੇਜਿਸ ਪੇਡ ਕਰਨੇ ਦੇ ਅਲੱਗ-ਅਲੱਗ ਤਰ੍ਹਾਂ ਦੇ ਸਾਡੇ ਕੋਲ ਸਿਸਟਮ ਹੈਗੇ ਆ। ਠੀਕ ਨਾ। ਜਿਹਦੇ ਵਿੱਚ ਪਹਿਲੇ ਨੰਬਰ ਤੇ ਹੈਗਾ ਬੇਟਾ ਸਾਡੇ ਕੋਲ ਟਾਈਮ। ਠੀਕ ਹੈ, ਕਿਹੜਾ ਜੀ? ਟਾਈਮ ਵੇਜ ਸਿਸਟਮ। ਠੀਕ ਨਾ। ਇਹਦੇ ਵਿੱਚ ਅਸੀਂ ਕੀ ਕਰਦੇ ਆ ਕਿ ਜਿਹੜੀਆਂ ਆਪਾਂ ਵੇਜਿਸ ਪੇਡ ਕਰਦੇ ਆ, ਜਿਹੜੀਆਂ ਅਸੀਂ ਕਿਹਾ ਜੀ ਵੇਜਿਸ ਪੇਡ ਕਰਦੇ ਆ ਵਰਕਰ ਨੂੰ, ਉਹ ਟਾਈਮ ਦੇ ਅਕੋਰਡਿੰਗ ਟੂ ਕਰਦੇ ਆ। ਯਾਨੀ ਕਿ ਕਿਹਾ ਜੀ ਪ੍ਰੋਡਕਸ਼ਨ ਦੇ ਵਿੱਚ ਜਿੰਨਾ ਵੀ ਉਹ ਨਹੀਂ ਟਾਈਮ ਟੇਕਨ ਲੈਂਦੇ ਆ, ਕਿਆ ਕਰਦੇ ਆ ਜੀ? ਟਾਈਮ ਟੇਕਨ ਲੈਂਦੇ ਆ, ਉਹ ਟਾਈਮ ਦੇ ਅਕੋਰਡਿੰਗ ਟੂ ਅਸੀਂ ਉਹਨਾਂ ਨੂੰ ਕਿਹਾ ਜੀ ਵੇਜਿਸ ਪੇਡ ਕਰ ਦੇਣੀ ਆ। ਠੀਕ ਨਾ। ਮੰਨ ਲਓ ਫੋਰ ਐਗਜ਼ਾਮਪਲ ਆ ਇੱਕ ਵਰਕਰ ਵਾ, ਉਹ ਕਿਹਾ ਜੀ ਆਪਣਾ ਜਿਹੜਾ ਉਹਨੂੰ ਮਤਲਬ ਟਾਸਕ ਦਿੱਤਾ ਸੀ ਜਾਂ ਜਿਹੜਾ ਉਹਨੂੰ ਜਿਹੜਾ ਕੰਮ ਦਿੱਤਾ ਸੀਗਾ, ਉਹਨੇ ਕਿੰਨੇ ਜੀ 8 ਆਵਰਸ ਕੰਪਲੀਟ ਕਰ ਲਿਆ। ਠੀਕ ਨਾ। ਔਰ ਜਿਹੜਾ ਸਾਡੇ ਕੋਲ ਹੈਗਾ ਜੀ ਵੇਜਿਸ ਰੇਟ ਆ, ਉਹ ਕਿੰਨਾ ਹੈਗਾ ਜੀ? ਉਹ ਹੈਗਾ ਆ 4 ਰੁਪਏ ਪਰ ਆਵਰ, ਯਾਨੀ ਕਿ 1 ਘੰਟੇ ਦੇ 4 ਰੁਪਏ ਆ। ਤਾਂ ਬੇਟਾ ਉਹਦਾ ਕਿਆ ਜੀ? ਸਾਡੇ ਕੋਲ ਵੇਜਿਸ ਕਿੰਨੀਆਂ ਆ ਜਾਣੀਆਂ ਜੀ? ਵੇਜਿਸ ਆ ਜਾਣੀ ਹੈਗੀ 8 ਆਵਰ ਸੀਗੇ, 4 ਦੇ ਹਿਸਾਬ ਨਾਲ ਕਿੰਨੇ ਜੀ? 32 ਰੁਪਏ ਆ ਜਾਣੇ ਆ। ਠੀਕ ਨਾ। ਯਾਨੀ ਕਿ ਜਿਹੜਾ ਟਾਈਮ ਵੇਜਿਸ ਸਿਸਟਮ ਹੁੰਦਾ ਆ, ਇਹਦੇ ਵਿੱਚ ਸਾਡੇ ਕੋਲ ਜਿਹੜਾ ਮਤਲਬ ਵੇਜਿਸ ਜਾਂ ਰੈਮੂਨਰੇਸ਼ਨ ਬਰਾਬਰ ਕਿਹਦੇ ਹੁੰਦੇ ਆ ਜੀ? ਟਾਈਮ ਟੇਕਨ ਫॉर वर्क इनटू वेजिस रेट। ਜਿਹੜਾ ਸਾਡੇ ਕੋਲ ਕਹ ਜੀ ਵੇਜਿਸ ਦਾ ਰੇਟ ਹੋਣਾ। ਠੀਕ ਹੈ ਨਾ। ਕਿ ਮਤਲਬ ਕਿਆ ਜੀ 2 ਰੁਪਏ ਪਰ ਆਵਰ ਆ, 3 ਰੁਪਏ ਪਰ ਆਵਰ, ਜਿਸ ਹਿਸਾਬ ਨਾਲ ਹੋਣਾ ਆ ਉਸ ਹਿਸਾਬ ਨਾਲ ਵੇਜਿਸ ਦਾ ਰੇਟ ਆਪਾਂ ਲਾ ਦੇਣਾ ਹੈਗਾ। ਠੀਕ ਹੈ ਨਾ। ਇਹ ਬੜਾ ਇਹ ਤਾਂ ਸੀਗਾ ਵੇਗਾ ਸਾਡੇ ਕੋਲ ਕਿਆ ਜੀ ਟਾਈਮ ਵੇਜਿਸ ਸਿਸਟਮ ਸੀਗਾ। ਠੀਕ ਹੈ ਨਾ। ਔਰ ਇਹ ਜ਼ਿਆਦਾਤਰ ਸਾਡੇ ਕੋਲ ਨੋਰਮਲ ਹੀ ਹੁੰਦਾ। ਠੀਕ ਨਾ। ਉਸ ਤੋਂ ਬੇਟਾ ਅੱਗੇ ਸਾਡੇ ਕੋਲ ਹੁੰਦਾ ਹੈਗਾ ਜੀ ਪੀਸ ਰੇਟ ਸਿਸਟਮ। ਕਿਹੜਾ ਜੀ? ਪੀਸ ਰੇਟ ਸਿਸਟਮ। ਪੀਸ ਰੇਟ ਸਿਸਟਮ। ਠੀਕ ਹੈ, ਕਿਹੜਾ ਜੀ? ਪੀਸ ਰੇਟ ਸਿਸਟਮ। ਠੀਕ ਨਾ। ਇਹਦੇ ਵਿੱਚ ਬੇਟਾ ਕੀ ਹੁੰਦਾ ਕਿ ਜਿਹੜੀ ਆਪਾਂ ਨੇ ਮਤਲਬ ਕਿਹਾ ਜੀ ਵਰਕਰ ਨੂੰ ਵੇਜਿਸ ਦੇਣੀ ਆ, ਠੀਕ ਹੈ ਨਾ, ਕਿਹੜੀ ਹੈ ਜੀ ਸਾਡੇ ਕੋਲ? ਪੀਸ ਰੇਟ ਸਿਸਟਮ ਦੂਜੇ ਮੈਥਡ ਦੇ ਹੁੰਦਾ। ਠੀਕ ਨਾ। ਇਹਦੇ ਵਿੱਚ ਬੇਟਾ ਕੀ ਹੁੰਦਾ ਕਿ ਜਿਹੜੀ ਵੀ ਵਰਕਰ ਨੂੰ ਵੇਜਿਸ ਦੇਣੀ ਆ ਉਹ ਬਰਾਬਰ ਕਿਹਦੇ ਹੋਣਾ ਸਾਡੇ ਕੋਲ ਜੀ? ਉਹ ਬਰਾਬਰ ਹੁੰਦਾ ਹੈਗਾ ਬੇਟਾ ਉਹਦੀ ਤਨਖਾਹ ਜਿਹੜੀ ਹੋਣੀ ਆ ਕਾਹਦੇ ਬਰਾਬਰ ਹੋਣਾ ਜੀ? ਨੰਬਰ ਆਫ ਯੂਨਿਟਸ ਪ੍ਰੋਡਕਸ਼ਨ, ਜਿੰਨੀਆਂ ਯੂਨਿਟਾਂ ਬਣਾਈਆਂ ਆ ਗੁਣਾ ਪਰ ਯੂਨਿਟ ਰੇਟ। ਉਹਨੇ ਦਿੱਤਾ ਹੋਣਾ ਕਿ 1 ਯੂਨਿਟ ਦਾ ਰੇਟ ਇੰਨਾ ਆ। ਕਿਹਾ ਜੀ 1 ਯੂਨਿਟ ਦਾ ਰੇਟ ਇੰਨਾ ਆ। ਠੀਕ ਹੈ ਨਾ। ਇਹਦੇ ਵਿੱਚ ਕਈ ਵੇਲੇ ਬੇਟਾ ਕੀ ਹੁੰਦਾ ਕਿ ਸਾਨੂੰ ਯੂਨਿਟ ਨਹੀਂ ਦਿੱਤੀਆਂ ਹੁੰਦੀਆਂ, ਸਾਨੂੰ ਉਹਨੇ ਕਿਹਾ ਜੀ ਯੂਨਿਟ ਨਹੀਂ ਦਿੱਤੀਆਂ ਹੁੰਦੀਆਂ ਕਿ ਕਿੰਨੀਆਂ ਯੂਨਿਟਾਂ। ਇਹਦੇ ਵਿੱਚ ਅਸਲ ਵਿੱਚ ਹੁੰਦਾ ਹੈ ਕਿ ਜਿਹੜਾ ਵੇਜਿਸ ਪੇਡ ਕਰਦੀ ਹੈ ਨਾ, ਉਹ ਆਪਾਂ ਯੂਨਿਟ ਦੇ ਅਕੋਰਡਿੰਗ ਟੂ ਬਣਦੇ, ਜਿੰਨੀਆਂ ਯੂਨਿਟਾਂ ਬਣਾਉਣੀਆਂ ਆ ਉਸ ਹਿਸਾਬ ਨਾਲ। ਜਿੱਦਾਂ ਆਪਾਂ ਕਰ ਲੈਂਦੇ ਨਾ ਕਿ ਜੇ 1 ਚੀਜ਼ ਬਣਾਉਣਾ ਤਾਂ 10 ਰੁਪਏ, 2 ਚੀਜ਼ਾਂ ਬਣਾਉਣਾ ਤਾਂ 5 ਰੁਪਏ, 3 ਚੀਜ਼ਾਂ ਮਤਲਬ ਜਾਣੀ ਕਿ ਜੇ 1 ਯੂਨਿਟ ਦਾ ਰੇਟ ਰੱਖ ਲਿਆ ਕਿ 1 ਯੂਨਿਟ ਤੈਨੂੰ 5 ਰੁਪਏ ਹਿਸਾਬ ਨਾਲ ਦੇਣੀ ਹੈ, ਜਿੰਨੀਆਂ ਮਰਜ਼ੀ ਯੂਨਿਟਾਂ ਬਣਾ ਦੇ। ਠੀਕ ਨਾ। ਕਿ ਤੈਨੂੰ 7 ਰੁਪਏ ਦੇਣੇ 1 ਯੂਨਿਟ ਦੀ, ਜਿੰਨੀਆਂ ਮਰਜ਼ੀ ਯੂਨਿਟਾਂ ਬਣਾ ਲਾ। ਇਹ ਹੁੰਦਾ ਸਾਡਾ ਕਿਹਾ ਜੀ ਪੀਸ ਰੇਟ ਸਿਸਟਮ। ਠੀਕ ਨਾ। ਔਰ ਇਹਦੇ ਵਿੱਚ ਬੇਟਾ ਜੇ ਤੁਹਾਨੂੰ ਮੰਨ ਲਓ ਬਾਈ ਚਾਂਸ ਯੂਨਿਟਾਂ ਨਹੀਂ ਦਿੱਤੀਆਂ ਹੈ ਨਾ, ਤਾਂ ਇਹਦੇ ਵਿੱਚ ਕੀ ਹੁੰਦਾ ਜੀ? ਸਾਡੇ ਕੋਲ ਹੁੰਦਾ ਹੈਗਾ ਇੱਕ ਸਟੈਂਡਰਡ ਟਾਈਮ ਇਨਟੂ ਆਵਰ ਰੇਟ।
ਜੇ ਸਾਨੂੰ ਯੂਨਿਟਾਂ ਨਹੀਂ ਦਿੱਤੀਆਂ ਹੈ ਨਾ ਤਾਂ ਜਿਹੜਾ ਸਾਡੇ ਕੋਲ ਸਟੈਂਡਰਡ ਟਾਈਮ ਦਿੱਤਾ ਹੋਣਾ ਉਹ ਆਪਾਂ ਅੱਗੇ ਜਾ ਕੇ ਕਰਦੇ ਹਾਂ, ਠੀਕ ਆ। ਉਹਦੇ ਵਿੱਚ ਤੁਹਾਨੂੰ ਸਟੈਂਡਰਡ ਟਾਈਮ ਨੂੰ ਅਸੀਂ ਕੀ ਕਰਨਾ ਜੀ, ਜਿਹੜਾ ਮਤਲਬ ਸਟੈਂਡਰਡ ਟਾਈਮ ਵੀ ਕਹਿ ਦਿੰਦੇ ਆ ਜਾਂ ਆਪਾਂ ਕੀ ਕਹਿ ਦਿੰਦੇ ਆ ਜੀ ਟਾਈਮ ਅਲਾਉਡ, ਯਾਨੀ ਕਿ ਜਿੰਨਾ ਉਹਨੂੰ ਟਾਈਮ ਅਲਾਉਡ ਕੀਤਾ ਹੈਗਾ, ਠੀਕ ਨਾ, ਕਿ ਭਾਈ ਇੰਨੇ ਚਿਰ 'ਚ ਤੁਸੀਂ ਕੰਮ ਕਰਨਾ, ਜਿੰਨੇ ਉਹਨੇ ਕਿਹਾ ਜੀ ਉਹਨੂੰ ਆਵਰ ਰੇਟ ਨਾਲ ਅਸੀਂ ਕੀ ਕਰਨਾ ਮਲਟੀਪਲਾਈ ਕਰ ਦੇਣਾ ਹੈਗਾ, ਠੀਕ ਨਾ। ਹੁਣ ਬੇਟਾ ਸਾਡੇ ਕੋਲ ਜਿਹੜਾ ਪੀਸ ਰੇਟ ਸਿਸਟਮ ਆ ਨਾ ਉਹ ਦੋ ਤਰ੍ਹਾਂ ਦਾ ਹੁੰਦਾ। ਕੀ ਹੁੰਦਾ ਜੀ, ਪੀਸ ਰੇਟ ਸਿਸਟਮ। ਇੱਕ ਹੁੰਦਾ ਹੈਗਾ ਸਾਡੇ ਕੋਲ ਕਿਹੜਾ ਜੀ, ਸਟ੍ਰੇਟ ਪੀਸ ਰੇਟ ਸਿਸਟਮ। ਕਿਹੜਾ ਜੀ, ਸਟ੍ਰੇਟ ਪੀਸ ਰੇਟ ਸਿਸਟਮ, ਠੀਕ ਹੈ ਨਾ। ਜਿੱਦਾਂ ਬੇਟਾ ਇਹਦੇ ਨਾਂ ਤੇ ਪਤਾ ਲੱਗਦਾ ਸਾਨੂੰ, ਕਿਆ ਜੀ ਸਟ੍ਰੇਟ ਆ, ਮਤਲਬ ਕਿਆ ਹੈ ਜੀ ਸਟ੍ਰੇਟ ਮਤਲਬ ਸਿੱਧਾ, ਠੀਕ ਨਾ। ਇਹਦੇ ਵਿੱਚ ਕੀ ਹੁੰਦਾ ਹੈ ਬੇਟਾ ਕਿ ਜਿਹੜਾ ਮਤਲਬ, ਠੀਕ ਨਾ, ਕਿ ਵਰਕਰ ਜਿੰਨੀਆਂ ਵੀ ਯੂਨਿਟਾਂ ਮਰਜ਼ੀ ਬਣਾਵੇ, ਜਿੰਨੀਆਂ ਵੀ ਯੂਨਿਟਾਂ ਮਰਜ਼ੀ ਬਣਾਵੇ, ਟੋਟਲ ਯੂਨਿਟਾਂ ਜਿੰਨੀਆਂ ਵੀ ਬਣਾਈਆਂ ਹੋਣਗੀਆਂ ਉਹਨੇ, ਠੀਕ ਨਾ, ਉਹਨੂੰ ਸਿੰਪਲ ਹਰੇਕ ਵਰਕਰ ਨੂੰ ਕਿਹਾ ਜੀ, ਜਿੰਨੇ ਵੀ ਵਰਕਰ ਹੈਗੇ ਚਾਹੇ ਕੋਈ ਘੱਟ ਯੂਨਿਟਾਂ ਬਣਾਵੇ ਚਾਹੇ ਕੋਈ ਜੀ ਵੱਧ ਯੂਨਿਟਾਂ ਬਣਾਵੇ, ਜਿੰਨੀਆਂ ਉਹਨਾਂ ਦੀਆਂ ਟੋਟਲ ਯੂਨਿਟਾਂ ਹੋਣੀਆਂ ਆ, ਕਿਆ ਹੋਣੀਆਂ ਜੀ ਟੋਟਲ ਯੂਨਿਟ ਪ੍ਰੋਡਕਸ਼ਨ ਹੋਣੀ ਆ, ਠੀਕ ਨਾ, ਉਹਨੂੰ ਅਸੀਂ ਜਿਹੜਾ ਯੂਨਿਟ ਪ੍ਰਾਈਸ ਹੋਣਾ ਆ, ਠੀਕ ਨਾ, ਕਿਆ ਜੀ ਪਰ ਯੂਨਿਟ, ਸੌਰੀ ਇਹ ਪਰ ਯੂਨਿਟ ਰੇਟ ਲਿਖੋ ਜੀ, ਪਰ ਯੂਨਿਟ ਜਿਹੜਾ ਰੇਟ ਹੋਣਾ ਆ ਉਹਦੇ ਨਾਲ ਬੇਟਾ ਆਪਾਂ ਮਲਟੀਪਲਾਈ ਕਰ ਦੇਣਾ, ਠੀਕ ਨਾ। ਹੁਣ ਬੇਟਾ ਕਿਉਂਕਿ ਅਲੱਗ-ਅਲੱਗ ਵਰਕਰ ਹੋਣ, ਜਿੱਦਾਂ ਹੁਣ ਮੰਨ ਲਓ ਫੋਰ ਐਗਜ਼ਾਮਪਲ ਆ, ਅਸੀਂ ਮੰਨ ਲਓ ਸਾਡੇ ਕੋਲ ਦੋ ਵਰਕਰ ਆ, ਕਿਹੜਾ ਜੀ ਇੱਕ ਏ ਆ ਇੱਕ ਕਿਹੜਾ ਜੀ ਬੀ ਆ, ਕਿਹੜਾ ਜੀ ਇੱਕ ਏ ਆ ਇੱਕ ਜੀ ਬੀ ਆ। ਅਸੀਂ ਉਹਨਾਂ ਨੂੰ ਮੰਨ ਲਓ ਬੇਟਾ 1 ਡੇ ਦਿੱਤਾ, ਇੱਕ ਦਿਨ ਦੇ ਵਿੱਚ ਅਸੀਂ ਉਹਨਾਂ ਨੂੰ ਰੱਖਦਾ, ਕਿਆ ਹੈ ਜੀ ਕਿ ਭਾਈ ਤੁਸੀਂ ਘੱਟੋ ਘੱਟ 1000 ਯੂਨਿਟਾਂ ਬਣਾਉਣੀਆਂ ਹੀ ਬਣਾਉਣੀਆਂ, ਕਿਆ ਜੀ ਏ ਨੇ ਵੀ ਬੀ ਨੇ 1000 ਯੂਨਿਟਾਂ ਤਾਂ ਬਣਾਉਣੀਆਂ ਹੀ ਬਣਾਉਣੀਆਂ, ਤੋਂ ਘੱਟ ਨਹੀਂ ਬਣਾਉਣੀਆਂ, ਠੀਕ ਨਾ। ਹੁਣ ਬੇਟਾ ਜੇ ਤਾਂ ਹੈਗਾ ਸਾਡੇ ਕੋਲ ਮੰਨ ਲਓ ਜੀ ਏ ਨੇ ਆਹ ਸੀ ਉਹਨਾਂ ਦੀ ਮਤਲਬ ਕਿਹਾ ਜੀ ਅਸੀਂ ਉਹਨੂੰ ਯੂਨਿਟਾਂ ਰੱਖ ਦਿੱਤੀਆਂ ਸੀ ਕਿ ਇੱਕ ਦਿਨ ਦੇ ਵਿੱਚ ਘੱਟੋ ਘੱਟ 1000 ਯੂਨਿਟਾਂ ਤੁਸੀਂ ਜੀ ਬਣਾਉਣੀਆਂ ਆ, ਠੀਕ ਨਾ। ਹੁਣ ਬੇਟਾ ਕੀ ਹੋਣਾ ਕਿ ਜਿਹੜਾ ਏ ਆ ਉਹ ਮੰਨ ਲਓ ਬਣਾਉਂਦਾ ਹੈਗਾ ਜੀ ਐਕਚੁਅਲ ਜਿਹੜੀ ਸਾਡੇ ਕੋਲ ਪ੍ਰੋਡਕਸ਼ਨ ਆ, ਕਿਆ ਜੀ ਐਕਚੁਅਲ ਪ੍ਰੋਡਕਸ਼ਨ ਆਹ ਬਣਾਉਂਦਾ ਹੈਗਾ 800, ਠੀਕ ਹੈ ਜੀ, ਤੇ ਆਹ ਵਾਲਾ ਬਣਾਉਂਦਾ ਹੈਗਾ ਜਿੰਨੇ 1000 ਕਿਹਾ ਸੀ ਇਹਨੇ ਬਣਾਤੀਆਂ ਕਿੰਨੀਆਂ ਜੀ 1200। ਜਿਹੜੀ ਐਕਚੁਅਲ ਪ੍ਰੋਡਕਸ਼ਨ ਵਾ ਇਹਦੀ ਜਿੰਨੀ ਆਪਾਂ ਉਹਨਾਂ ਨੂੰ ਕਹੀ ਸੀਗੀ ਇੱਕ ਦਿਨ ਦੇ ਵਿੱਚ, ਇਹਨੇ ਇਹਦੇ ਨਾਲੋਂ ਘੱਟ ਬਣਾਈਆਂ, ਐਨੇ ਇਹਦੇ ਨਾਲੋਂ ਜ਼ਿਆਦਾ ਬਣਾਈਆਂ, ਠੀਕ ਨਾ। ਇਹਦਾ ਮਤਲਬ ਇਹਨੇ ਕੰਮ ਘੱਟ ਕੀਤਾ, ਘੱਟ ਐਫੀਸ਼ੀਐਂਸੀ ਦੇ, ਇਹਨੇ ਕੀ ਕੀਤਾ ਜੀ ਜ਼ਿਆਦਾ ਐਫੀਸ਼ੀਐਂਸੀ, 1000 ਕਿਹਾ ਸੀ ਇਹਨੇ 1000 ਤੋਂ ਵੀ ਜ਼ਿਆਦਾ ਬਣਾ ਦਿੱਤੀਆਂ, ਠੀਕ ਨਾ। ਬੇਟਾ ਜਦੋਂ ਸਾਡਾ ਸਟੇਟ ਪੀਸ ਸਿਸਟਮ ਹੋਣਾ ਆ, ਚਾਹੇ ਕਿਸੇ ਨੇ ਘੱਟ ਬਣਾਈਆਂ ਚਾਹੇ ਕਿਸੇ ਨੇ ਸਟੈਂਡਰਡ ਨਾਲੋਂ ਜ਼ਿਆਦਾ ਬਣਾਈਆਂ, ਅਸੀਂ ਦੋਨਾਂ ਨੂੰ ਸੇਮ ਰੇਟ ਤੇ ਕਿਹਾ ਜੀ ਦੇਣਾ ਆ, ਕੀ ਦੇਣਾ ਜੀ ਸੇਮ ਰੇਟ। ਪੀਸ ਰੇਟ ਜਿਹੜਾ ਹੋਣਾ ਹੈ ਉਹ ਕਿਆ ਹੋਣਾ ਜੀ ਸੇਮ ਹੋਣਾ, ਸਾਡੇ ਕੋਲ ਅਲੱਗ-ਅਲੱਗ ਨਹੀਂ ਹੋਣਾ। ਯਾਨੀ ਕਿ ਕਿਹਾ ਜੀ ਇਹਦੇ ਵਿੱਚ ਬੇਟਾ ਨੁਕਸਾਨ ਇਹੀ ਹੁੰਦਾ ਸੇਮ ਰੇਟ ਦੇ ਵਿੱਚ ਕਿ ਇੱਕ ਬੰਦੇ ਨੂੰ ਆਪਾਂ ਕਿਹਾ ਜੀ ਇੱਕ ਬੰਦਾ ਕਹਿੰਦਾ ਉਹ ਘੱਟ ਕੰਮ ਕਰਕੇ ਵੀ ਪੈਸੇ ਉਨੇ ਲੈਂਦਾ ਪੀਸ ਰੇਟ, ਮੈਂ ਜ਼ਿਆਦਾ ਕਰਕੇ ਵੀ ਉਨੇ ਲੈਂਦਾ ਆ, ਠੀਕ ਨਾ। ਕਿ ਮੰਨ ਲਓ ਮੈਨੂੰ ਜ਼ਿਆਦਾ ਯੂਨਿਟਾਂ ਦੇ ਪੈਸੇ ਤਾਂ ਮਿਲ ਗਏ ਆ, ਠੀਕ ਨਾ, ਪਰ ਹੁਣ ਬੰਦਾ ਬੇਟਾ ਜਦੋਂ ਜ਼ਿਆਦਾ ਯੂਨਿਟਾਂ ਕਰਦਾ ਤਾਂ ਔਖਾ ਹੋ ਕੇ ਕੰਮ ਵੀ ਕਰਦਾ ਹੁੰਦਾ, ਠੀਕ ਨਾ। ਤੇ ਇਸ ਕਰਕੇ ਕੀ ਆ ਜੀ ਜ਼ਿਆਦਾ ਔਖਾ ਵੀ ਹੁੰਦਾ ਆ, ਤੇਜ਼ ਵੀ ਕੰਮ ਕਰਦਾ, ਰਿਸਕ ਵੀ ਲੈਂਦਾ, ਕਿਉਂਕਿ ਕੇਵਲ ਤੇਜ਼ੀ ਕੰਮ ਕਰਨੇ ਨਾਲ ਕੋਈ ਨੁਕਸਾਨ ਵੀ ਹੋ ਸਕਦਾ, ਐਕਸੀਡੈਂਟ ਵੀ ਹੋ ਸਕਦਾ, ਠੀਕ ਨਾ। ਤੇ ਇਹਨੂੰ ਕੋਈ ਬੈਨੀਫਿਟ ਥੋੜੀ ਹੋਇਆ, ਠੀਕ ਨਾ। ਤਾਂ ਬੇਟਾ ਸਟੇਟ ਪੀਸ ਦੇ ਵਿੱਚ ਹੁੰਦਾ ਆ ਕਿ ਜਿਹੜੀ ਉਹਨਾਂ ਦੀ ਐਫੀਸ਼ੀਐਂਸੀ ਆ, ਜਾਣੀ ਕਿ ਜਿੰਨੀ ਉਹਨਾਂ ਨੂੰ ਕਿਹਾ ਗਿਆ ਆ, ਜੇ ਉਹਨਾਂ 1000 ਯੂਨਿਟਾਂ ਕਹੀਆਂ ਸੀ, ਜੇ ਉਹ 1000 ਯੂਨਿਟਾਂ ਬਣਾਉਂਦੇ ਆ ਨਾ ਤਾਂ ਉਹਨਾਂ ਦੀ ਐਫੀਸ਼ੀਐਂਸੀ 100% ਹੋਣੀ ਸੀਗੀ। ਹੁਣ ਇੱਕ ਆਪਣੀ ਐਫੀਸ਼ੀਐਂਸੀ ਤੋਂ ਘੱਟ ਕੰਮ ਕਰਦਾ ਪਿਆ, ਇੱਕ ਕਿਆ ਕਰਦਾ ਪਿਆ ਜ਼ਿਆਦਾ ਕਰਦਾ ਪਿਆ, ਦੋਨਾਂ ਨੂੰ ਅਸੀਂ ਸੇਮ ਰੇਟ ਦੇਣਾ ਹਰੇਕ ਯੂਨਿਟ ਦਾ, ਠੀਕ ਹੈ। ਦੋਨਾਂ ਨੂੰ ਕੀ ਦੇਣਾ ਜੀ ਸੇਮ ਰੇਟ। ਏ ਨੂੰ ਵੀ ਅਸੀਂ ਜੇ ਮੰਨ ਲਓ ਕਿਹਾ ਜੀ ਐਜ਼ ਏ ਰੇਟ ਆਫ 5 ਰੁਪਏ ਹਿਸਾਬ ਨਾਲ ਦਿੰਦੇ ਆ, ਤਾਂ ਬੀ ਨੂੰ ਵੀ ਐਜ਼ ਏ ਰੇਟ ਆਫ 5 ਰੁਪਏ ਪਰ ਯੂਨਿਟ ਦੇ ਦੇਣੇ ਆ, ਠੀਕ ਨਾ। ਹਾਂ ਯੂਨਿਟਾਂ ਵੱਧ ਘੱਟ ਬਣਾਈਆਂ ਉਹ ਅਲੱਗ ਆ, ਪਰ ਇਹਨਾਂ ਕੀ ਕਰਨਾ ਹੈਗਾ ਜੀ ਜਿਹਨੇ ਯੂਨਿਟਾਂ ਸਟੈਂਡਰਡ ਨਾਲੋਂ ਘੱਟ ਬਣਾਈਆਂ ਉਹਨੂੰ ਵੀ ਆਪਾਂ ਉਹੀ ਰੇਟ ਦੇਣਾ, ਦੂਜੇ ਨੂੰ ਵੀ ਉਹੀ ਰੇਟ ਦੇਣਾ ਹੈਗਾ, ਠੀਕ ਨਾ। ਇਹ ਬੇਟਾ ਸਟੇਟ ਪੀਸ ਰੇਟ ਸਿਸਟਮ ਦੇ ਵਿੱਚ ਹੁੰਦਾ ਹੈ, ਠੀਕ ਨਾ। ਹੁਣ ਬੇਟਾ ਇਹਦੇ ਵਿੱਚ ਹੀ ਸਾਡੇ ਕੋਲ ਅੱਗੇ ਇੱਕ ਆ ਗਿਆ ਹੋਰ, ਕਿਹੜਾ ਜੀ ਇਹ ਸਾਡੇ ਕੋਲ ਸੀਗਾ ਸਟੇਟ ਪੀਸ ਸਿਸਟਮ, ਠੀਕ ਨਾ। ਪੀਸ ਰੇਟ ਦੇ ਵਿੱਚ ਸੀਗਾ ਇਹ ਪਹਿਲਾ। ਦੂਜੇ ਨੰਬਰ ਤੇ ਆ ਜਾਂਦਾ ਹੈਗਾ ਬੇਟਾ ਸਾਡੇ ਕੋਲ ਬੇਟਾ ਨਾਲ ਹੀ ਹੈਗਾ ਸਾਡੇ ਕੋਲ ਜਿਹੜੀ ਟੇਲਰ ਡਿਫਰੈਂਸ਼ੀਅਲ ਪੀਸ ਰੇਟ ਸਿਸਟਮ, ਠੀਕ ਨਾ। ਬੇਟਾ ਡਿਫਰੈਂਸ਼ੀਅਲ ਮਤਲਬ ਇਹ ਲੱਗਦਾ ਕਿ ਡਿਫਰੈਂਸ ਮਤਲਬ ਅਲੱਗ-ਅਲੱਗ ਹੋਣਾ ਹੈ ਪੀਸ ਰੇਟ, ਠੀਕ ਨਾ। ਕਿ ਜਿੱਦਾਂ ਮਤਲਬ ਫੋਰ ਐਗਜ਼ਾਮਪਲ ਹੈ ਜੀ ਜਿਹੜਾ ਮਤਲਬ 100% ਐਫੀਸ਼ੀਐਂਸੀ ਦੇ ਕੰਮ ਕਰਦਾ
ਉਹਨੂੰ ਅਲੱਗ ਰੇਟ ਦੇਣਾ ਆ। ਜਿਹੜਾ ਐਫੀਸ਼ੀਐਂਸੀ ਤੋਂ ਜ਼ਿਆਦਾ ਤੇ ਕਰਦਾ ਉਹਨੂੰ ਕਹਿ ਜੀ ਵੱਧ ਰੇਟ ਦੇਣਾ ਹੈ। ਜਿੱਦਾਂ ਮਤਲਬ ਫੋਰ ਐਗਜ਼ਾਮਪਲ ਹੈ ਜੀ, ਸਾਡੇ ਕੋਲ 2 ਵਰਕਰ ਆ, ਇੱਕ ਏ ਆ, ਇੱਕ ਕਿਹੜਾ ਹੈ ਜੀ ਬੀ ਆ। ਇੱਕ ਕਿਹੜਾ ਜੀ ਏ ਆ ਤੇ ਇੱਕ ਕਿਹੜਾ ਹੈ ਜੀ ਬੀ ਆ। ਜਿਹੜੀ ਸਾਡੀ ਉਹਨਾਂ ਦੀ ਸਟੈਂਡਰਡ ਪ੍ਰੋਡਕਸ਼ਨ ਆ ਕਿਆ ਹੈ ਜੀ ਸਟੈਂਡਰਡ ਪ੍ਰੋਡਕਸ਼ਨ ਹੈਗੀ ਆ ਸਾਡੇ ਕੋਲ, ਮੰਨ ਲਓ ਜੀ ਇਹਦੀ 1000 ਯੂਨਿਟ ਵਾ, ਇਹਦੀ ਕਿੰਨੀ ਹੈ ਜੀ 1000 ਯੂਨਿਟ ਵਾ। ਠੀਕ ਹੈ ਜੀ। ਉਸ ਤੋਂ ਬਾਅਦ ਜੀ ਜਿਹੜੀ ਸਾਡੇ ਕੋਲ ਐਕਚੁਅਲ ਪ੍ਰੋਡਕਸ਼ਨ ਆ ਉਹੀ ਜਿਹਦੀਆਂ 800 ਯੂਨਿਟਾਂ ਆ, ਇਹਦੀਆਂ ਕਿੰਨੀਆਂ ਜੀ 1200। ਠੀਕ ਨਾ। ਤੇ ਜਿਹੜਾ ਸਾਡੇ ਕੋਲ ਬੇਟਾ ਪੀਸ ਰੇਟ ਸਿਸਟਮ ਆ, ਪੀਸ ਰੇਟ ਪਰ ਯੂਨਿਟ, ਉਹ ਕਿੰਨਾ ਹੈਗਾ ਜੀ 5 ਰੁਪਏ। ਕਿੰਨਾ ਹੈ ਜੀ 5 ਰੁਪਏ। 5 ਰੁਪਏ ਹੈ ਜੀ ਸਾਡੇ ਕੋਲ ਜਿਹੜਾ ਪੀਸ ਰੇਟ ਸਿਸਟਮ ਆ ਜੀ, ਕਿੰਨਾ ਜੀ 5 ਰੁਪਏ ਪਰ ਯੂਨਿਟ। ਠੀਕ ਨਾ ਬੇਟਾ। ਡਿਫਰੈਂਸ਼ੀਅਲ ਦੇ ਵਿੱਚ ਸਾਨੂੰ ਉਹਨੇ ਨਾਲ ਦੇ ਦੇਣਾ। ਠੀਕ ਨਾ। ਕੀ ਕਰਨਾ ਜੀ ਕਿ ਇਫ ਜੇ ਸਾਡੀ ਕਿਆ ਜੀ ਕਹਿੰਦਾ ਉਹ ਇਫ ਜੇ ਸਾਡੀ ਉਹਦੀ ਐਫੀਸ਼ੀਐਂਸੀ ਕਿਆ ਹੈ ਜੀ ਵਰਕਰ ਦੀ ਘੱਟ ਵੱਧ ਦੇਖਣੀ ਆ। ਠੀਕ ਹੈ ਨਾ। ਕਿ ਮਤਲਬ ਕਹਿ ਜੀ ਕਿ ਜਿਹੜਾ ਪੀਸ ਰੇਟ ਹੁੰਦਾ ਹੈਗਾ 5 ਰੁਪਏ ਪਰ ਯੂਨਿਟ। ਠੀਕ ਨਾ। ਕਿ ਡਿਫਰੈਂਸ਼ੀਅਲ ਅਲੱਗ-ਅਲੱਗ ਕਿੱਦਾਂ ਹੋਣਾ ਆ, ਅਸੀਂ ਕੀ ਦੇਣਾ ਜੀ 80% ਆਫ ਪੀਸ ਰੇਟ। ਕਿਆ ਜੀ 80% ਆਫ ਪੀਸ ਰੇਟ ਬਿਲੋ ਕਿਆ ਜੀ ਬਿਲੋ ਸਟੈਂਡਰਡ ਪ੍ਰੋਡਕਸ਼ਨ। ਠੀਕ ਹੈ ਜੀ। ਇਸੇ ਤਰ੍ਹਾਂ ਜੀ ਫਿਰ ਅੱਗੇ ਕੀ ਕਹਿੰਦਾ ਜੀ 120% ਆਫ ਪੀਸ ਰੇਟ ਕਿਹਨੂੰ ਜੀ ਅਬਵ ਸਟੈਂਡਰਡ ਪ੍ਰੋਡਕਸ਼ਨ। ਯਾਨੀ ਕਿ ਜੇ ਤਾਂ ਕਿਸੇ ਦੀ ਸਟੈਂਡਰਡ ਪ੍ਰੋਡਕਸ਼ਨ ਤੋਂ ਘੱਟ ਵਾ, ਕਿਆ ਜੀ ਸਟੈਂਡਰਡ ਪ੍ਰੋਡਕਸ਼ਨ ਤੋਂ ਘੱਟ ਵਾ। ਠੀਕ ਆ। ਉਹਨੂੰ ਤਾਂ ਅਸੀਂ ਦੇਣਾ ਹੈਗਾ 80% ਪੀਸ ਰੇਟ। ਜੇ ਇਹਦੀ ਸਟੈਂਡਰਡ ਪ੍ਰੋਡਕਸ਼ਨ ਤੋਂ ਜ਼ਿਆਦਾ ਹੋਊਗੀ ਉਹਨੂੰ ਕਿੰਨਾ ਦੇਣਾ ਜੀ 120%। ਹੁਣ ਜਿੱਦਾਂ ਏ ਦੀ ਹੈ, ਦੇਖੋ ਏ ਦੀ ਕਿੰਨੀ ਘੱਟ ਵਾ ਨਾ, ਕਿੰਨੀ ਹੈ ਜੀ 800 ਆ। ਤਾਂ ਜਿਹੜਾ ਏ ਦੀ ਵੇਜਿਸ ਬਣਨੀ ਕਿਹਦੀ ਹੈ ਜੀ ਏ ਦੀ ਵੇਜਿਸ, ਉਹ ਕਿੰਨੀ ਬਣਨੀ ਹੈ ਜੀ ਦੇਖ ਲਓ। ਏ ਦੀ ਵੇਜਿਸ ਕਿੰਨੀ ਆਊਗੀ, ਯੂਨਿਟਾਂ ਕਿੰਨੀਆਂ ਬਣਾਈਆਂ ਉਹਨੇ 800 ਗੁਣਾ 5 ਰੁਪਏ ਰੇਟ ਦੇ ਹਿਸਾਬ ਨਾਲ, ਪਰ ਅਸੀਂ ਉਹਨੂੰ ਦੇਣਾ ਕਿੰਨਾ ਹੈ ਉਹਦਾ 80%। ਕਿੰਨਾ ਦੇਣਾ ਜੀ 80%। ਤਾਂ ਨਾਲ ਸਾਡੇ ਇੱਥੇ 80% ਲੱਗ ਜਾਣਾ ਇਹਦੇ। ਠੀਕ ਨਾ। ਯਾਨੀ ਕਿ ਜਿਹੜੇ ਵੇਜਿਸ ਰੇਟ ਦੇਣਾ ਆਪਾਂ 80% ਦੇਣਾ ਉਹਨੂੰ। ਜਿੱਦਾਂ ਕਿੰਨਾ ਆਣਾ ਜੀ ਸਾਡੇ ਕੋਲ ਇਹ। ਠੀਕ ਹੈ ਜੀ। ਇਹ ਆ ਗਿਆ ਜੀ ਸਾਡੇ ਕੋਲ 8 5 40 400 8 ਚੌਕਾ 3200 ਰੁਪਇਆ ਇਹਦੀ ਵੇਜਿਸ ਆਣੀ ਹੈ। ਯਾਨੀ ਕਿ ਇਹਦਾ ਸਟੈਂਡਰਡ ਨਾਲੋਂ ਘੱਟ ਸੀਗਾ, ਇਹਨੂੰ 80% ਦਿੱਤਾ। ਠੀਕ ਹੈ ਜੀ। ਇਹਦਾ ਹੁਣ ਸਟੈਂਡਰਡ ਨਾਲ ਦੇਖੋ ਜ਼ਿਆਦਾ ਆ, ਇਹਨੂੰ ਕਿੰਨਾ ਦੇਣਾ ਆਪਾਂ 12%। ਉਹ ਕਿੱਦਾਂ ਆਉਣਾ ਜੀ ਜਿੰਨੀਆਂ ਉਹਦੀਆਂ ਬੀ ਦੀਆਂ ਵੇਜਿਸ ਕਿੰਨੀਆਂ ਆਉਣੀਆਂ ਜੀ ਯਾਰ 1200 ਯੂਨਿਟਾਂ ਗੁਣਾ 5 ਗੁਣਾ ਇਹਨੂੰ ਕਿੰਨਾ ਦੇਣਾ ਜੀ ਇਹਦਾ 120%। ਠੀਕ ਹੈ ਜੀ। ਇਹਨੂੰ ਸੋਲਵ ਕਰ ਦੇਣਾ ਜਿੰਨਾ ਹੋਊਗਾ ਜੀ। ਮਤਲਬ ਕਿ ਜੀ ਕਿ ਜੇ ਨੇ ਸਟੈਂਡਰਡ ਤੋਂ ਘੱਟ ਕੀਤਾ, ਜੇ ਨੇ ਸਟੈਂਡਰਡ ਤੋਂ ਘੱਟ ਕੀਤਾ ਉਹਨੂੰ ਆਪਾਂ ਅਲੱਗ ਰੇਟ ਦੇਣਾ ਆ, ਜੇ ਨੇ ਸਟੈਂਡਰਡ ਤੋਂ ਵੱਧ ਕੀਤਾ ਉਹਨੂੰ ਆਪਾਂ ਅਲੱਗ ਰੇਟ ਦੇਣਾ ਆ। ਠੀਕ ਹੈ ਨਾ। ਪੀਸ ਰੇਟ ਦਾ ਜਿੱਦਾਂ ਹੁਣ ਇਹ ਸਾਡੇ ਕੋਲ ਕਿੰਨਾ ਆਣਾ ਹੈਗਾ ਜੀ 12 5 60 ਕਿੰਨਾ ਜੀ 0 0 12 6 7200। ਇਹਨੂੰ 7200 ਰੁਪਏ ਦੇਵਾਂਗੇ। ਇਹਨੂੰ ਕਿੰਨੇ ਦੇਵਾਂਗੇ ਜੀ 7200। ਇਹ ਬੇਟਾ ਹੈਗਾ ਟੇਲਰ ਡਿਫਰੈਂਸ਼ੀਅਲ ਪੀਸ ਰੇਟ ਸਿਸਟਮ। ਠੀਕ ਹੈ ਨਾ। ਇਹ ਵੀ ਜ਼ਿਆਦਾਤਰ ਇੰਪੋਰਟੈਂਟ ਆ, ਇਹ ਵੀ ਆ ਜਾਂਦਾ ਹੁੰਦਾ ਹੈਗਾ। ਠੀਕ ਹੈ ਨਾ। ਇਹ ਬੇਟਾ ਹੈਗਾ ਡਿਫਰੈਂਸ਼ੀਅਲ ਪੀਸ ਰੇਟ ਸਿਸਟਮ। ਠੀਕ ਹੈ ਨਾ। ਔਰ ਇੱਦਾਂ ਹੀ ਬੇਟਾ ਇਹਦੇ ਵਿੱਚ ਸਾਡੇ ਕੋਲ ਇੱਕ ਹੈਗਾ ਜੀ ਕਿਹੜਾ ਜੀ ਆਹ ਵਾਲਾ ਜਿਹੜਾ ਕਹਿੰਦਾ ਮਲਟੀਪਲ ਪੀਸ ਰੇਟ ਸਿਸਟਮ। ਠੀਕ ਹੈ ਨਾ। ਇਹਦੇ ਵਿੱਚ ਕੀ ਹੁੰਦਾ ਬੇਟਾ ਆਹੀ ਵਾਲੀ ਚੀਜ਼ ਆ, ਸਿਰਫ ਇੰਨਾ ਦੇਖਣਾ ਆ ਕਿ ਜੇ ਕਿਸੇ ਦੀ ਪਰਫਾਰਮੈਂਸ 33% ਤੋਂ ਘੱਟ ਵਾ, ਕਿਤੋਂ ਆ ਜੀ 33% ਤੋਂ ਘੱਟ ਵਾ, ਤਾਂ ਉਹਨੂੰ ਜਿਹੜਾ ਨੋਰਮਲ ਸਟੈਂਡਰਡ ਰੇਟ ਹੋਣਾ ਹੈ ਨਾ ਆਪਾਂ ਉਹੀ ਦੇਣਾ। ਉਹਨੂੰ ਕੀ ਦੇਣਾ ਜੀ ਆਪਾਂ ਜੋ ਵੀ ਮਤਲਬ ਹੈਗਾ ਆ ਕਿ ਮੰਨ ਲਓ ਜੋ ਉਹਦੀ ਪਰਫਾਰਮੈਂਸ ਕਿਆ ਹੈ ਜੀ ਸਾਡੇ ਕੋਲ ਕਿ ਮੰਨ ਲਓ ਉਹਦੀ ਕਿਆ ਜੀ 33% 83% ਤੋਂ ਘੱਟ ਵਾ, ਤਾਂ ਜਿਹੜਾ ਉਹਦਾ ਆਰਡਰ ਨਹੀਂ ਪੀਸ ਰੇਟ ਹੈਗਾ ਹੈ ਨਾ ਜਿੰਨਾ ਉਨਾ ਹੀ ਉਹਨੂੰ ਦੇ ਦੇਣਾ। ਔਰ ਜੇ ਉਹਦੀ ਪ੍ਰੋਡਕਸ਼ਨ ਬੇਟਾ ਕਿੰਨੀ ਹੈ ਜੀ ਠੀਕ ਨਾ
83% तो की होवे जी 83% तो ज़्यादा होवे, ठीक है जी, पर 100% तो घੱਟ होवे, 83 तो 100 ਦੇ ਵਿੱਚ ਹੋਵੇ ਤਾਂ ਉਹਨੂੰ ਜਿਹੜਾ ਸਟੈਂਡਰਡ ਪੀਸ ਹੋਣਾ ਆ ਉਹਦਾ 110% ਦੇਣਾ। ਕਿੰਨਾ ਦੇਣਾ ਜੀ 110%, ਯਾਨੀ ਕਿ ਜੇ 5% ਹੈ ਨਾ ਪੀਸ ਰੇਟ, ਅਸੀਂ ਉਹਦਾ ਕਿੰਨਾ ਦੇਣਾ ਜੀ ਉਹਨੂੰ 110% ਕਰਕੇ ਜਿੰਨਾ ਵੀ ਆਉਂਦਾ ਹੈਗਾ ਕਿੰਨਾ ਜੀ 5.5 ਉਹਨੂੰ ਆਪਾਂ ਦੇਣਾ ਰੇਟ, ठीक ना। और जे मतलब 100 तो भी ज़्यादा होवे, स्टैंडर्ड तो भी ज़्यादा प्रोडक्शन बनातीयां, फिर बेटा जो पीस होना है 120% देना। 100 तो ज़्यादा होवे तो कितना देना जी पीस रेट का 120%। ये बेटा तुसी इहदे विच ठीक ना, जो अमेरिकन मल्टीपल पीस रेट आ ये तुसी आप चेते रखना, तुहानूं किसी ने दिता नहीं होना उत्थे, ठीक ना। कि इहदे विच की हुंदा जे 83% तो घੱਟ वा तो जो नॉर्मल रेट हैगा पीस रेट उही देना आ, तो जे मतलब कि जी 83 तो लैके 100 के विचकार आ फिर 110% देना, जे 100 तो ज़्यादा आ फिर 120% ਉਹਨੂੰ ਆਪਾਂ ਦੇਣਾ ਹੈਗਾ, ਠੀਕ ਹੈ ਨਾ। ਇਹਦੇ ਵਿੱਚ ਬੇਟਾ ਹੈਗਾ ਅੱਗੇ ਬੇਟਾ ਹੈਗਾ ਸਾਡੇ ਕੋਲ ਗੈਂਟਸ ਟਾਸਕ ਬੋਨਸ ਪਲਾਨ, ਠੀਕ ਆ। ਜਾਣੀ ਕਿ ਬੇਟਾ ਇਹਦੇ ਵਿੱਚ ਬੋਨਸ ਦਿੱਤਾ ਜਾਂਦਾ। ਬੋਨਸ ਬੇਟਾ ਪਹਿਲੇ ਨੰਬਰ ਦੇਖ ਲਓ, ਬੋਨਸ ਹੁੰਦਾ ਆ ਜਿਹੜਾ ਆਪਾਂ ਮਤਲਬ ਕਿ ਜੀ ਕੰਮ ਨਹੀਂ ਕੀਤਾ ਨਾ, ਜਿਹੜਾ ਉਸ ਟਾਈਮ ਦੇ ਸਾਨੂੰ ਵੇਜਿਸ ਮਿਲਦੀ ਆ, ਠੀਕ ਹੈ ਨਾ। ਇਹਦੇ ਵਿੱਚ ਕੀ ਹੁੰਦਾ ਬੇਟਾ ਜਿਹੜਾ ਸਾਡੇ ਕੋਲ ਕਿਹਾ ਜੀ ਗੈਂਟਸ ਟਾਸਕ ਬੋਨਸ ਪਲਾਨ, ਇਹਦੇ ਵਿੱਚ ਕੀ ਹੁੰਦਾ कि मतलब कोई वर्क काम आ साडे कोल कोई टास्क दिता आ, ठीक ना। ਉਹਦੇ ਲਈ ਇੱਕ ਤਾਂ ਦੇ ਦਿੱਤਾ ਹੈਗਾ ਸਾਨੂੰ क्या है जी स्टैंडर्ड टाइम, मान लो टास्क पूरा करना है ਉਹਦੇ ਸਾਨੂੰ स्टैंडर्ड टाइम ਉਹਨੇ ਕਿੰਨਾ ਦੇ ਦਿੱਤਾ ਜੀ 10 ਆਵਰਸ ਦੇ ਦਿੱਤਾ, ठीक ना। ਤੇ ਉਹਨੂੰ ਵਰਕਰ ਨੇ ਜੇ ਮੰਨ ਲਓ ਜੋ ਵੀ ਵਰਕਰ ਹੈਗਾ ਸਾਡੇ ਕੋਲ ਮੰਨ ਲਓ A ਵਰਕਰ ਹੈ ਜੀ, ਕਿਹੜਾ ਹੈ ਜੀ A ਵਰਕਰ, ਜਿਹੜਾ A ਵਰਕਰ ਸੀਗਾ ਸਟੈਂਡਰਡ ਟਾਈਮ ਉਹਨੂੰ 10 ਆਵਰ ਦਿੱਤੇ, ਤੇ ਜਿਹੜਾ ਉਹਨੇ ਐਕਚੁਅਲ ਟਾਈਮ ਲਿਆ ਕਿਆ ਜੀ ਐਕਚੁਅਲ ਟਾਈਮ ਉਹ ਲਿਆ ਮੰਨ ਲਓ 7 ਆਵਰਸ, ਕਿੰਨਾ ਜੀ 7 ਆਵਰਸ, ਠੀਕ ਹੈ ਨਾ। ਤੇ ਜਿਹੜਾ ਸਾਡੇ ਕੋਲ ਵੇਜਿਸ ਰੇਟ ਆ, ਵੇਜਿਸ ਰੇਟ ਹੈਗਾ ਸਾਡੇ ਕੋਲ 3 ਰੁਪਏ ਪਰ ਆਵਰ, ठीक है, 1 घंटे के 3 रुपए आ, ठीक ना। ये बेटा की हुंदा कि साडे कोल 3 कंडीशन है ये, ठीक ना। पहले नंबर ते ठीक ना कि जेड़े बंदे ने काम कीता सीगा, जेड़े बंदे ने कहा जी काम जो भी उन्होंने दिता सीगा, ठीक ना, उन्होंने पूरा करने के लिए जेड़ा वर्कर है जी काम नूं जेड़ा साडे कोल की हैगा जी टास्क हैगा आ कंप्लीट करने के लिए क्या जी टास्क नूं कंप्लीट करने के लिए जिहड़ा टाइम टेकन लिया उन्हें, जिहड़ा क्या जी टाइम टेकन लिया, मतलब एक्चुअल भी टाइम उन्हें कितना लिया, टाइम उन्होंने कह दें आप टाइम टेकन, जिदा नूं आप 8 घंटे दिते सीगे हुण वो इस तो पहला भी कर सकता बाद च भी कर सकता 10 घंटे भी पूरा कर सकता, ठीक ना। कि मतलब उन्हें टाइम टेकन मतलब कितना काम लैंदा, असीं उन्हें 10 घंटे दिते सीगे कि भाई तो 10 घंटिਆਂ ਦੇ ਵਿੱਚ काम पूरा करना है ना। हुण जिद्दां असीं उन्हें एक्चुअल टाइम कितना लिया 7 घंटे, ठीक है ना। देखो बेटा ये कंडीशन अलग अलग आ। पहले नंबर ते टाइम टेकन, जे तो टाइम टेकन है जिहड़ा साडे कोल क्या है जी टाइम टेकन, ठीक है ना, वो साडा क्या होवे जी ग्रेटर दैन ज़्यादा होवे टाइम टेकन किहदे नालों जी जिहड़ा साडा स्टैंडर्ड टाइम आ, कितों जी स्टैंडर्ड टाइम तो, ठीक है। जिन्ना सानूं टाइम उन्हें दिता सी ना जे ਉਹਦੇ ਨਾਲੋਂ ਜ਼ਿਆਦਾ ਹੋਵੇ, ਠੀਕ ਨਾ, ਤਾਂ ਫਿਰ ਅਸੀਂ ਬੇਟਾ ਇਹਨੂੰ ਕੀ ਦੇਣਾ ਆ ਕਿ ਜਿਹੜੀਆਂ ਉਹਨੂੰ ਆਪਾਂ ਵੇਜਿਸ ਦੇਣੀਆਂ ਆ, ਕਿਆ ਦੇਣੀਆਂ ਜੀ ਵੇਜਿਸ ਦੇਣੀਆਂ ਆ, ਠੀਕ ਨਾ। ਉਹ ਕਿੰਨੀਆਂ ਦੇਣੀਆਂ ਜੀ ਉਹ ਦੇਣੀਆਂ ਹੈਗੀਆਂ ਜਿੰਨਾ ਉਹਦਾ ਟਾਈਮ ਟੇਕਨ ਹੋਣਾ ਆ, ਠੀਕ ਨਾ, ਇਨਟੂ ਕੀ ਕਰ ਦੇਣਾ ਜੀ ਕਿ ਜੋ ਵੀ ਵੇਜਿਸ ਰੇਟ ਹੋਣਾ, ਜੋ ਵੀ ਵੇਜਿਸ ਜਾਣੀ ਕਿ ਜਿੰਨੇ ਘੰਟੇ ਕੰਮ ਕੀਤਾ ਉਨੇ ਘੰਟੇ ਦਾ ਉਹਨੂੰ ਦੇਣਾ, ਉਹਨੂੰ ਬੋਨਸ ਨਹੀਂ ਕੁਛ ਵੀ ਮਿਲਣਾ, ਉਹਨੂੰ ਬੋਨਸ ਕੁਛ ਵੀ ਨਹੀਂ ਮਿਲਣਾ ਹੈ, ਠੀਕ ਹੈ ਜੀ। ਔਰ ਦੂਜੇ ਨੰਬਰ ਤੇ ਜੇ ਮਤਲਬ ਸਾਡੇ ਕੋਲ ਜਿਹੜਾ ਟਾਈਮ ਟੇਕਨ ਆ ਉਹ ਬਰਾਬਰ ਕਿਹਦੇ ਹੋਵੇ ਜੀ स्टैंडर्ड टाइम, यानी कि जिन्ना टाइम 10 घंटे दिते सीगे मान लो 10 घंटे च पूरा कर दिता, क्या किया जी उन्हें 10 घंटे च, ठीक है ना। तो फिर उन्होंने की देना सी जिहड़ा साडे कोल क्या है जी स्टैंडर्ड टाइम होना, की होना जी साडे कोल जिहड़ा स्टैंडर्ड टाइम होना है, ठीक है ना,
ਉਹਨੂੰ ਅਸੀਂ ਉਹਦੇ ਹਿਸਾਬ ਨਾਲ ਦੇਣੀ। ਕਿੰਨੀ ਹੈ ਜੀ? ਜੋ ਵੀ ਸਾਡੇ ਕੋਲ ਵੇਜਿਸ ਰੇਟ ਹੋਣਾ, ਜੋ ਵੀ ਸਾਡੇ ਕੋਲ ਕੀ ਹੋਣਾ ਜੀ? ਵੇਜਿਸ ਰੇਟ ਹੋਣਾ ਹੈ। ਠੀਕ ਹੈ ਨਾ ਜੀ। ਉਸ ਤੋਂ ਬਾਅਦ ਬੇਟਾ ਜੇ ਸਾਡੇ ਕੋਲ ਤੀਜੇ ਨੰਬਰ ਤੇ ਜਿਹੜਾ ਟਾਈਮ ਟੇਕਨ ਆ ਉਹ ਘੱਟ ਹੋਵੇ ਕਿਹਦੇ ਨਾਲੋਂ ਜੀ? ਸਟੈਂਡਰਡ ਟਾਈਮ ਨਾਲੋਂ। ਯਾਨੀ ਕਿ ਜਿਨ੍ਹਾਂ ਨੂੰ ਆਪਾਂ 10 ਘੰਟੇ ਦਿੱਤੇ ਸੀਗੇ, 10 ਘੰਟੇ ਤੋਂ ਪਹਿਲੇ ਉਹਨੇ 7 ਘੰਟੇ ਦੇ ਵਿੱਚ ਕਰ ਲਿਆ, ਤਾਂ ਫਿਰ ਬੇਟਾ ਅਸੀਂ ਉਹਨੂੰ ਕੀ ਦੇਣਾ? ਜਿਹੜਾ ਉਹਦਾ ਵੇਜਿਸ ਬਰਾਬਰ ਹੋਣਾ ਆ, ਕਿਹਦੇ ਬਰਾਬਰ ਹੋਣਾ ਆ? ਦੇਖ ਲਓ ਜੀ, ਵੇਜਿਸ ਬਰਾਬਰ ਹੋਣਾ ਹੈਗਾ ਉਹਦੇ ਪਹਿਲੇ ਨੰਬਰ ਤੇ ਤਾਂ ਜਿਹੜਾ ਸਾਡਾ ਕੋਇਆ ਜੀ ਉਹਦਾ ਸਟੈਂਡਰਡ ਟਾਈਮ, ਠੀਕ ਹੈ ਜੀ, ਇਨਟੂ ਵੇਜਿਸ ਰੇਟ, ਠੀਕ ਨਾ। ਔਰ ਪਲੱਸ ਕੀ ਕਰਨਾ ਜੀ? ਔਰ ਪਲੱਸ ਇਹ ਤਾਂ ਉਹਨੂੰ ਮਿਲਣਾ ਹੀ ਮਿਲਣਾ ਆ, ਪਲੱਸ ਉਹਨੂੰ ਬੋਨਸ ਮਿਲਣਾ। ਬੋਨਸ ਕੀ ਮਿਲਣਾ ਜੀ? 20% ਕੀ ਮਿਲਣਾ ਜੀ ਉਹਨੂੰ? ਬੋਨਸ ਮਿਲਣਾ। ਕਿਹਦਾ ਜੀ? 20% ਆਫ ਸਟੈਂਡਰਡ ਟਾਈਮ ਵੇਜਿਸ। ਯਾਨੀ ਕਿ ਜਿੰਨੀਆਂ ਸਟੈਂਡਰਡ ਟਾਈਮ ਦੀਆਂ ਵੇਜਿਸ ਬਣਦੀਆਂ ਆ ਉਹਦਾ 20% ਉਹਨੂੰ ਕੀ ਦੇਣਾ ਜੀ? ਆਪਾਂ ਬੋਨਸ ਦੇਣਾ ਹੈਗਾ। ਇਹ ਬੇਟਾ ਇਹਦੇ ਵਿੱਚ ਹੁੰਦਾ ਸਾਡੇ ਕੋਲ, ਠੀਕ ਹੈ ਨਾ। ਕਿ ਜਿੱਦਾਂ ਮਤਲਬ ਕਿਹਾ ਜੀ ਇਹਦੇ ਵਿੱਚ ਹੁਣ 7 ਘੰਟੇ ਲਏ ਉਹਨੇ, 10 ਘੰਟੇ ਦਾ ਟਾਈਮ ਸੀਗਾ, ਪਹਿਲਾਂ ਤੁਹਾਨੂੰ ਵੇਜਿਸ ਕਿੰਨੀਆਂ ਦੇਣੀਆਂ ਜੀ? 10 ਗੁਣਾ 3 ਕਿੰਨਾ ਜੀ? 30 ਰੁਪਏ ਇਹ ਹੋ ਗਏ, 30 ਇਹ ਹੋ ਗਏ, ਪਲੱਸ 30 ਦਾ ਉਹਨੂੰ 20% ਦੇਣਾ ਆਪਾਂ, ਠੀਕ ਹੈ ਨਾ। 30 ਦਾ 20% ਕਿੰਨਾ? 6, ਯਾਨੀ ਕਿ 36 ਰੁਪਏ ਉਹਦੀਆਂ ਵੇਜਿਸ, ਠੀਕ ਨਾ। ਇਸ ਤਰ੍ਹਾਂ ਬੇਟਾ ਇਹ ਵਾਲਾ ਹੈਗਾ ਸਾਡੇ ਕੋਲ, ਠੀਕ ਨਾ। ਉਸ ਤੋਂ ਬਾਅਦ ਬੇਟਾ ਬੋਨਸ ਵਾਲੇ ਦੇ ਵਿੱਚ ਸਾਡੇ ਕੋਲ ਪ੍ਰੀਮੀਅਮ ਐਂਡ ਬੋਨਸ ਪਲਾਨ ਆ। ਤੋਂ ਅੱਗੇ ਕਿਹੜਾ ਜੀ? ਪ੍ਰੀਮੀਅਮ ਐਂਡ ਬੋਨਸ ਪਲਾਨ। ਉਸ ਤੋਂ ਅੱਗੇ ਬੇਟਾ ਹੈਗਾ ਤੁਹਾਡਾ ਪ੍ਰੀਮੀਅਮ ਬੋਨਸ ਪਲਾਨ। ਪ੍ਰੀਮੀਅਮ ਬੋਨਸ ਪਲਾਨ ਦੇ ਵਿੱਚ ਹੁੰਦਾ ਆ ਕਿ ਜਿਹੜਾ ਟਾਈਮ ਸੇਵ ਕੀਤਾ ਹੈ ਨਾ ਉਹਦਾ ਅਸੀਂ ਕਿਹਾ ਜੀ ਕੁਝ ਵੇਜਿਸ ਪੇਡ ਕਰਨੀ ਆ। ਜਿੰਨਾ ਟਾਈਮ ਨੇ ਕੰਮ ਨਹੀਂ ਕੀਤਾ ਨਾ ਉਹਦਾ ਵੀ ਆਪਾਂ ਕਹਿ ਦਿੰਦੇ ਵੇਜਿਸ ਦੇਣੀ ਆ। ਜਿਹਦੇ ਪਹਿਲੇ ਨੰਬਰ ਤੇ ਹੈਗਾ ਹਲਸੇ ਪ੍ਰੀਮੀਅਮ, ਕਿਹੜਾ ਹੈ ਜੀ? ਹਲਸੇ ਪ੍ਰੀਮੀਅਮ ਪਲਾਨ, ਪ੍ਰੀਮੀਅਮ ਪਲਾਨ, ਠੀਕ ਨਾ। ਇਹਦੇ ਵਿੱਚ ਬੇਟਾ ਕੀ ਹੁੰਦਾ ਆ ਕਿ ਹਲਸੇ ਪ੍ਰੀਮੀਅਮ ਪਲਾਨ ਦੇ ਵਿੱਚ ਕਿ ਵਰਕਰ ਨੇ ਜਿੰਨੇ ਘੰਟੇ ਕੰਮ ਕਰਨੇ, ਜਿੰਨੇ ਘੰਟੇ ਉਹਨੇ ਸੇਵ ਕਰਨੇ ਆ, ਉਹਦਾ ਇੱਕ ਪਾਰਟੀਕੂਲਰ ਪਰਸੈਂਟੇਜ ਅਸੀਂ ਕਹਿ ਜੀ ਇਹਨੂੰ ਬੋਨਸ ਦੇ ਰੂਪ ਵਿੱਚ ਦੇਣਾ, ਠੀਕ ਹੈ ਨਾ। ਕਿ ਜਿੱਦਾਂ ਮਤਲਬ ਫੋਰ ਐਗਜ਼ਾਮਪਲ ਕਿਹਾ ਜੀ ਕਿ ਇੱਕ ਵਰਕਰ ਵਾ ਇਹ, ਠੀਕ ਹੈ ਜੀ। ਔਰ ਹਲਸੇ ਇਹਦੇ ਵਿੱਚ ਹੁੰਦਾ ਸਾਡੇ ਕੋਲ ਜਿਹੜਾ ਹੈ ਨਾ ਮਤਲਬ ਵੇਜਿਸ ਦਾ ਫਾਰਮੂਲਾ ਕਿਆ ਹੁੰਦਾ ਜੀ? ਜੇ ਆਪਾਂ ਕਹਿ ਸਕਦੇ ਹਾਂ ਵੇਜਿਸ ਬਰਾਬਰ ਕਿਹਦੇ ਹੁੰਦੀ? ਇਹਦੇ ਵਿੱਚ ਆ ਹੁੰਦੀ ਬੇਟਾ T/R ਪਲੱਸ ਇੱਕ ਪਰਸੈਂਟੇਜ ਦਿੱਤੀ ਹੋਣੀ ਸਾਨੂੰ। ਜੇ ਨਹੀਂ ਦਿੱਤੀ ਹੁੰਦੀ ਐਜ਼ ਏ ਡਿਫਾਲਟ ਕੇਸ 50% ਲਈਦੀ ਹੁੰਦੀ। ਕਿਆ ਆਣਾ ਜੀ? ਸਟੈਂਡਰਡ ਮਾਈਨਸ ਟਾਈਮ ਟੇਕਨ ਇਨਟੂ ਰੇਟ। ਇਹ ਵਾਲਾ ਹੁੰਦਾ ਹਲਸੇ ਪ੍ਰੀਮੀਅਮ ਦਾ। ਜਿਹੜਾ ਆਹ ਵਾਲਾ ਪੋਰਸ਼ਨ ਹੁੰਦਾ ਇਹ ਹੁੰਦਾ ਬੋਨਸ, ਠੀਕ ਹੈ ਜੀ। ਤੇ ਆਹ ਹੁੰਦੀ ਜਿਹੜੀ ਉਹਨਾਂ ਦੀ ਨੋਰਮਲ ਵੇਜਿਸ ਆ। ਆਹ ਵਾਲਾ ਬੋਨਸ, ਇਕੱਲਾ ਬੋਨਸ ਕਿਹਾ ਹੋਵੇ ਤਾਂ ਆਹੀ ਚੀਜ਼ ਕੱਢਣੀ ਤੁਸੀਂ, ਠੀਕ ਹੈ ਜੀ, ਠੀਕ ਹੈ ਨਾ। ਜਿੱਦਾਂ ਮੰਨ ਲਓ ਫੋਰ ਐਗਜ਼ਾਮਪਲ ਕਿਹਾ ਜੀ ਇੱਕ ਵਰਕਰ ਆ, ਅਸੀਂ ਕਹਿ ਦਿੰਦੇ ਸਾਡੇ ਕੋਲ ਕਿਹੜਾ ਹੈ ਜੀ? ਏ ਆ, ਠੀਕ ਹੈ ਜੀ। ਅਸੀਂ ਉਹਨੂੰ ਕੀ ਕੀਤਾ ਜੀ? ਸਟੈਂਡਰਡ ਟਾਈਮ ਦਿੱਤਾ, ਕਿਆ ਜੀ? ਸਟੈਂਡਰਡ ਟਾਈਮ ਉਹ ਕਿੰਨਾ ਜੀ? ਮੰਨ ਲਓ ਜੀ ਮੈਂ ਕਹਿੰਦਾ 15 ਆਵਰ ਦਿੱਤੇ ਆ, ਠੀਕ ਹੈ ਜੀ। ਉਸ ਤੋਂ ਬਾਅਦ ਜੀ ਸਟੈਂਡਰਡ ਆਵਰ ਆ ਤੇ ਪਲੱਸ ਨਾਲ ਸਾਨੂੰ ਕੀ ਦਿੱਤਾ ਜੀ? ਨਹੀਂ ਇਹ ਐਕਚੁਅਲ ਟਾਈਮ ਆ, ਉਹ ਕਿੰਨਾ ਹੈ ਜੀ? ਐਕਚੁਅਲ ਟਾਈਮ ਲਿਆ ਹੈਗਾ ਮੰਨ ਲਓ ਜੀ ਨਹੀਂ 9 ਆਵਰਸ, 9 ਘੰਟੇ, ਠੀਕ ਨਾ। ਔਰ ਜੀ ਸਾਡੇ ਕੋਲ ਜਿਹੜਾ ਵੇਜਿਸ ਰੇਟ ਆ ਉਹ ਕਿੰਨਾ ਜੀ? ਉਹ ਹੈਗਾ ਆ 5 ਰੁਪਏ ਪਰ ਆਵਰ, ਠੀਕ ਹੈ ਜੀ। ਔਰ ਜਿਹੜਾ ਸਾਨੂੰ ਬੋਨਸ ਵਾ ਜੀ ਉਹ ਹੈਗਾ ਜੀ 30% ਆਫ ਟਾਈਮ ਸੇਵ। ਜਿੰਨਾ ਟਾਈਮ ਸੇਵ ਕਰਨਾ ਉਹਦਾ 30% ਦੇਣਾ, ਠੀਕ ਹੈ ਨਾ। ਔਰ ਬੇਟਾ ਇੱਕ ਗੱਲ ਯਾਦ ਰੱਖਣਾ, ਜੇ ਤੁਹਾਨੂੰ ਇਹ ਪਰਸੈਂਟੇਜ ਨਹੀਂ ਦਿੱਤੀ ਹੁੰਦੀ ਨਾ ਹਲਸੇ ਪ੍ਰੀਮੀਅਮ ਤਾਂ ਤੁਸੀਂ ਐਜ਼ ਏ ਡਿਫਾਲਟ ਕੇਸ ਕਿੰਨਾ ਲੈਣਾ ਜੀ? ਉਹ 50% ਲੈਣਾ ਜੇ ਨਹੀਂ ਦਿੱਤਾ ਹੈ ਤੁਹਾਨੂੰ, ਠੀਕ ਹੈ ਨਾ। ਜੇ ਤੁਸੀਂ 30% ਦਿੱਤਾ ਤਾਂ ਉਹੀ ਲੈਣਾ, ਜੇ ਨਹੀਂ ਦਿੱਤਾ ਤਾਂ ਆਪਾਂ ਕਿੰਨਾ ਲੈਣਾ ਜੀ? 50% ਲੈਣਾ ਹੁੰਦਾ,
ਠੀਕ ਹੈ ਜੀ। ਹੁਣ ਜਿੱਦਾਂ ਮਤਲਬ ਆਪਾਂ ਇਹਦੇ ਕੱਢਣਾ, ਆਪਾਂ ਕਿੱਦਾਂ ਕੱਢਾਂਗੇ ਜੀ। ਪਹਿਲੇ ਨੰਬਰ ਤੇ ਆਪਾਂ ਟੀ ਦਾ ਮਤਲਬ ਹੁੰਦਾ ਟਾਈਮ ਟੇਕਨ, ਟੀ ਬਰਾਬਰ ਕੀ ਹੁੰਦਾ ਜੀ ਟਾਈਮ ਟੇਕਨ, ਮਤਲਬ ਕਿੰਨਾ ਜੀ ਅਸਲ ਵਿੱਚ ਜਿਹੜਾ ਟਾਈਮ ਟੇਕਨ ਲਿਆ ਨਹੀਂ ਉਹ ਕਿੰਨਾ ਹੈ ਜੀ 9। ਇਸ ਦਾ ਮਤਲਬ ਹੁੰਦਾ ਇਹਦੇ ਵਿੱਚ ਕਿਹੜਾ ਜੀ ਸਟੈਂਡਰਡ ਟਾਈਮ, ਮਤਲਬ ਕਿੰਨਾ ਜਿੰਨਾ ਸਟੈਂਡਰਡ ਟਾਈਮ ਉਹਨੇ ਅਲਾਓ ਕੀਤਾ ਹੈ ਕਿੰਨਾ ਹੈ ਜੀ ਸਟੈਂਡਰਡ ਟਾਈਮ 15 ਆਵਰਸ ਆ। ਠੀਕ ਹੈ ਜੀ। ਹੋਰ ਜੀ ਆਰ ਦਾ ਮਤਲਬ ਹੁੰਦਾ ਰੇਟ, ਰੇਟ ਦਾ ਮਤਲਬ ਕਿਆ ਹੈ ਜੀ ਜਿੰਨਾ ਨਹੀਂ ਦਿੱਤਾ ਹੈ ਕਿੰਨਾ 5 ਰੁਪਏ ਪਰ ਆਵਰ। ਠੀਕ ਹੈ ਨਾ। ਹੁਣ ਅਸੀਂ ਕੀ ਕਰਨਾ ਜੀ ਵੇਜਿਸ ਆਫ ਏ ਕੱਢਣਾ, ਕਿੱਦਾਂ ਹੋਣਗੇ ਜੀ ਟਾਈਮ ਕਿੰਨਾ ਹੈ ਜੀ ਸਾਡੇ ਕੋਲ 9 ਗੁਣਾ 5, ਫਿਰ ਜੀ ਪਲੱਸ ਪ੍ਰਤੀਸ਼ਤ ਕਿੰਨਾ ਹੈ ਜੀ 30/100 ਜਿਹੜਾ ਪ੍ਰਤੀਸ਼ਤ ਦਿੱਤਾ ਸੀਗਾ। ਸਟੈਂਡਰਡ ਟਾਈਮ ਕਿੰਨਾ ਹੈ ਜੀ 15 ਮਾਈਨਸ ਐਕਚੁਅਲ ਟਾਈਮ ਕਿੰਨਾ ਹੈ ਟਾਈਮ ਟੇਕਨ 9 ਆ ਇੰਟੂ ਰੇਟ ਕਿੰਨਾ ਹੈ ਜੀ 5 ਆ ਜੀ 5 9 45 ਪਲੱਸ ਆ ਕਿੰਨਾ ਆਣਾ ਜੀ ਸਾਡੇ ਕੋਲ ਅਸੀਂ ਪਹਿਲਾਂ ਲਿਖ ਲਓ ਇੱਥੇ ਕਿੰਨਾ ਜੀ 100 ਇੰਟੂ 15 ਚ 9 ਕੱਢੇ 6 6 ਨੂੰ 5 ਨਾਲ ਗੁਣਾ ਕੀਤਾ ਕਿੰਨਾ ਜੀ 30 ਆ ਲਓ ਜੀ ਕਿੰਨਾ ਹੈ ਜੀ 45 ਪਲੱਸ 3 ਤੇ 9 ਕਿੰਨਾ ਜੀ 54,000। ਜੇ ਬੇਟਾ ਕੱਲਾ ਉਹਨੇ ਬੋਨਸ ਪੁੱਛਿਆ ਹੁੰਦਾ ਹਲਸੇ ਪ੍ਰੀਮੀਅਰ ਬੋਨਸ ਕਿੰਨਾ ਆ ਫਿਰ ਤੁਸੀਂ ਕੱਲੀ ਆਹੀ ਚੀਜ਼ ਸੋਲਵ ਕਰ ਦੇਣੀ ਸੀ। ਠੀਕ ਹੈ ਨਾ। ਇਹ ਆ ਬੇਟਾ ਸਾਡੇ ਕੋਲ ਕਿਹੜਾ ਹੁੰਦਾ ਹੈ ਸਾਡੇ ਕੋਲ ਹਲਸੇ ਪ੍ਰੀਮੀਅਮ ਪਲਾਨ। ਇੱਦਾਂ ਹੀ ਬੇਟਾ ਇੱਕ ਦੂਜੇ ਨੰਬਰ ਤੇ ਹੈਗਾ ਸਾਡੇ ਕੋਲ ਰੋਵਨ ਪਲਾਨ। ਠੀਕ ਹੈ ਨਾ। ਦੋਨੇ ਇੰਪੋਰਟੈਂਟ ਆ ਬੇਟਾ, ਇਹਨਾਂ ਨਾਲ ਦੇ ਕੁਐਸਚਨ ਆ ਜਾਂਦੇ ਹੁੰਦੇ। ਇੱਕ ਕਿਹੜਾ ਹੈਗਾ ਸਾਡੇ ਕੋਲ ਰੋਵਨ ਪਲਾਨ। ਠੀਕ ਹੈ ਕਿਹੜਾ ਜੀ ਰੋਵਨ ਪਲਾਨ। ਠੀਕ ਹੈ ਨਾ। ਇਹਦੇ ਵਿੱਚ ਜਿਹੜਾ ਆਪਾਂ ਬੋਨਸ ਕੈਲਕੂਲੇਟ ਕਰਨਾ ਹੈ ਨਾ ਉਹਦਾ ਫਾਰਮੂਲਾ ਹੁੰਦਾ ਬੋਨਸ ਦਾ ਕਿੰਨਾ ਜੀ ਐਸ ਮਾਈਨਸ ਟੀ ਬਟਾ ਐਸ ਗੁਣਾ ਟੀ ਇੰਟੂ ਆਰ। ਮਤਲਬ ਜਿੰਨਾ ਟਾਈਮ ਉਹਨੇ ਸੇਵ ਕੀਤਾ ਹੈ ਨਾ ਅਸੀਂ ਉਨੇ ਟਾਈਮ ਦਾ ਅਸੀਂ ਕੀ ਦਿੰਦੇ ਹਾਂ ਜੀ ਉਹਨਾਂ ਨੂੰ ਬੋਨਸ ਦਿੰਦੇ ਹਾਂ। ਠੀਕ ਹੈ ਨਾ। ਔਰ ਜੇ ਅਸੀਂ ਕਿਹਾ ਜੀ ਇਹਦੀ ਟੋਟਲ ਵੇਜਿਸ ਪਤਾ ਕਰਨਾ ਹੋਵੇ ਟੋਟਲ ਅਰਨਿੰਗ ਜਾਂ ਟੋਟਲ ਵੇਜਿਸ ਜਾਂ ਰੈਮੂਨੇਸ਼ਨ ਉਹ ਕਿੱਦਾਂ ਆਉਣਾ ਜੀ ਪਹਿਲਾਂ ਤਾਂ ਟੀ ਇੰਟੂ ਆਰ ਜਿੰਨਾ ਉਹਦਾ ਬਣਦਾ ਹੈ ਪਲੱਸ ਜਿਹੜਾ ਸਾਡੇ ਕੋਲ ਬੋਨਸ ਵਾਲਾ ਹੈ ਕਿੰਨਾ ਜੀ ਐਸ ਮਾਈਨਸ ਟੀ ਬਟਾ ਐਸ ਗੁਣਾ ਟੀ ਗੁਣਾ ਆਰ। ਠੀਕ ਨਾ। ਜਿੱਦਾਂ ਹੁਣ ਮੰਨ ਲਓ ਮੈਂ ਇਹਦਾ ਹੀ ਲਾਣਾ ਹੋਵੇ ਬੋਨਸ ਪਲਾਨ ਵਾਲਾ ਇਹ ਠੀਕ ਨਾ ਤਾਂ ਕਿੱਦਾਂ ਲੱਗੂਗਾ ਜੀ ਪਹਿਲੇ ਨੰਬਰ ਤੇ ਟਾਈਮ ਟੇਕਨ ਕਿੰਨਾ ਹੈ ਜੀ 9 ਇੰਟੂ 5। ਠੀਕ ਹੈ ਜੀ ਪਲੱਸ ਸਟੈਂਡਰਡ ਟਾਈਮ ਕਿੰਨਾ ਸੀਗਾ ਸਾਡੇ ਕੋਲ 15 ਮਾਈਨਸ ਟੀ ਕਿੰਨਾ ਸੀਗਾ 9 ਸਟੈਂਡਰਡ ਟਾਈਮ ਕਿੰਨਾ ਹੈ ਜੀ 15। ਠੀਕ ਨਾ। ਇਸ ਦੀ ਜਗ੍ਹਾ ਉੱਪਰ ਵਾਲੇ ਸਵਾਲ ਬੇਟਾ ਕਰ ਰਿਹਾ ਮੇਰੇ ਹਿਸਾਬ ਨਾਲ ਇੰਟੂ ਟੀ ਕਿੰਨੀ ਹੈ ਜੀ 9 ਆਰ ਕਿੰਨਾ ਹੈ ਜੀ 5। ਠੀਕ ਨਾ। ਹੁਣ ਇਹ ਚੀਜ਼ ਸੋਲਵ ਕਰੋ 5 9 45 ਪਲੱਸ ਇਹਦੇ ਵਿੱਚ ਘਟਾਤਾ ਕਿੰਨਾ ਜੀ 6 ਬਟਾ 15 ਗੁਣਾ 9 ਗੁਣਾ 5 ਇੱਦਾਂ ਕਰ ਲਓ ਜੀ 2 ਤੇ 5 ਤੇ 15 5 ਨਾਲ 5 ਘੱਟ ਹੋ ਗਿਆ ਕਿੰਨਾ ਆ ਗਿਆ ਜੀ 45 ਪਲੱਸ 2 ਨੂੰ 9 ਨਾਲ ਕੀਤਾ ਕਿੰਨਾ ਆ ਗਿਆ ਜੀ ਇਹ 18। ਇਹ ਆ ਜਾਣਾ ਹੈਗਾ ਬੇਟਾ ਸਾਡੇ ਕੋਲ 63 ਆ ਜਾਣਾ ਜੀ। ਠੀਕ ਹੈ ਜੀ। ਇਹ ਸੀਗਾ ਸਾਡੇ ਕੋਲ ਬੇਟਾ ਰੋਵਨ ਪਲਾਨ। ਕਿਹੜਾ ਸੀਗਾ ਜੀ ਰੋਵਨ ਪਲਾਨ। ਠੀਕ ਹੈ ਨਾ। ਹੁਣ ਬੇਟਾ ਅਸੀਂ ਕੱਲ ਨੂੰ ਇਹ ਮੈਂ ਤੁਹਾਨੂੰ ਸਾਰੇ ਮੈਂ ਤੁਹਾਨੂੰ ਸਮਝਾਤੇ ਜਿਹੜੇ ਮੇਨ ਸੀਗੇ। ਠੀਕ ਹੈ ਨਾ। ਹੁਣ ਕੱਲ ਨੂੰ ਅਸੀਂ ਇਹਦੀ ਅਗਲੀ ਵੀਡੀਓ ਜਿਹਦੇ ਆਪਾਂ ਨੂਮੈਰੀਕਲ ਕਰੂੰਗਾ ਤੁਹਾਨੂੰ। ਠੀਕ ਹੈ ਜੀ। ਓਕੇ ਥੈਂਕਸ ਬੇਟਾ।